प्यारे विद्यार्थियों, सत श्री अकाल। मैं प्रियंका महाजन, ਸਾਇੰਸ ਮਿਸਟਰੈਸ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਜਲੰਧਰ ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹਾਂ। ਬੇਟਾ, ਅੱਜ ਮੈਂ ਤੁਹਾਨੂੰ ਅਧਿਆਇ ਨੰਬਰ 14 ਚੈਪਟਰ 14 ਸੋਰਸਿਸ ਆਫ ਐਨਰਜੀ ਊਰਜਾ ਦੇ ਸੋਮੇ ਦੇ ਐਮਸੀਕਿਊਜ਼ ਕਰਵਾਉਣ ਜਾ ਰਹੀ ਹਾਂ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰੋਗੇ। ਸੋ ਬੇਟਾ, ਲੈਟ ਅਸ ਸਟਾਰਟ। ਆਰ ਫਸਟ ਕੁਐਸਚਨ ਇਜ਼, ਉਸ ਸਾਧਨ ਦਾ ਨਾਮ ਦੱਸੋ ਜਿਸ ਨਾਲ ਸੀਮਿਤ ਨਿਊਕਲੀਅਰ ਵਿਖੰਡਨ ਕਰਕੇ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਬੇਟਾ, ਅਸੀਂ ਉਸ ਸਾਧਨ ਦਾ ਨਾਮ ਦੱਸਣਾ ਹੈ ਜਿਸ ਦੀ ਹੈਲਪ ਨਾਲ ਸੀਮਿਤ ਨਿਊਕਲੀਅਰ ਵਿਖੰਡਨ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਬੇਟੇ, ਅਜਿਹਾ ਇੱਕ ਸਾਧਨ ਹੈ ਜਿਸ ਨੂੰ ਅਸੀਂ ਨਿਊਕਲੀਅਰ ਰਿਐਕਟਰ ਕਹਿੰਦੇ ਹਾਂ। ਨਿਊਕਲੀਅਰ ਰਿਐਕਟਰ ਵਿੱਚ ਸੀਮਿਤ ਨਿਊਕਲੀਅਰ ਵਿਖੰਡਨ ਰਾਹੀਂ ਜਦੋਂ ਊਰਜਾ ਪੈਦਾ ਹੁੰਦੀ ਹੈ ਤਾਂ ਉਸ ਊਰਜਾ ਦੀ ਵਰਤੋਂ ਪਾਣੀ ਤੋਂ ਭਾਫ਼ ਬਣਾਉਣ ਲਈ ਕੀਤੀ ਜਾਂਦੀ ਹੈ। ਫਿਰ ਜਿਹੜੀ ਭਾਫ਼ ਬਣਦੀ ਹੈ ਉਸ ਤੋਂ ਟਰਬਾਈਨ ਜਿਹੜੀ ਹੈ ਉਹ ਚੱਲਦੀ ਹੈ ਅਤੇ ਸਾਡੀ ਬਿਜਲੀ ਪੈਦਾ ਹੁੰਦੀ ਹੈ। ਸੋ ਰਾਈਟ ਆਪਸ਼ਨ ਇਜ਼ ਈਡੀ, ਪਰਮਾਣੂ ਰਿਐਕਟਰ। ਨੈਕਸਟ ਕੁਐਸਚਨ, ਸਮੁੰਦਰੀ ਤਾਪ ਊਰਜਾ ਇਸ ਕਰਕੇ ਪੈਦਾ ਹੁੰਦੀ ਹੈ। ਆਪਸ਼ਨਸ ਆਰ, ਸਮੁੰਦਰ ਵਿੱਚ ਦਬਾਅ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਹੋਣਾ, ਸਮੁੰਦਰ ਵਿੱਚ ਤਾਪਮਾਨ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਹੋਣਾ, ਸਮੁੰਦਰ ਵਿੱਚ ਲਹਿਰਾਂ ਦੁਆਰਾ ਸਟੋਰ ਕੀਤੀ ਊਰਜਾ, ਸਮੁੰਦਰ ਵਿੱਚ ਉੱਠਣ ਵਾਲੀਆਂ ਲਹਿਰਾਂ। ਬੇਟਾ, ਰਾਈਟ ਆਨਸਰ ਇਜ਼ ਐੜਾ, ਸਮੁੰਦਰ ਵਿੱਚ ਤਾਪਮਾਨ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਹੋਣਾ। ਬੇਟਾ, ਸਮੁੰਦਰਾਂ ਜਾਂ ਮਹਾਸਾਗਰਾਂ ਦੇ ਤਲ ਦਾ ਪਾਣੀ ਸੂਰਜ ਦੁਆਰਾ ਗਰਮ ਹੋ ਜਾਂਦਾ ਹੈ, ਜਦੋਂ ਕਿ ਇਹਨਾਂ ਦੇ ਗਹਿਰਾਈ ਵਾਲੇ ਭਾਗ ਦਾ ਪਾਣੀ ਕੰਪੈਰੀਟਿਵਲੀ ਠੰਡਾ ਰਹਿੰਦਾ ਹੈ। ਤਾਪਮਾਨ ਵਿੱਚ ਇਸ ਅੰਤਰ ਦੀ ਵਰਤੋਂ ਸਮੁੰਦਰੀ ਤਾਪ ਊਰਜਾ ਰੂਪਾਂਤਰਨ ਪਲਾਂਟ ਵਿੱਚ ਬਿਜਲੀ ਊਰਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਹ ਪਲਾਂਟ ਕੇਵਲ ਤਦ ਹੀ ਕੰਮ ਕਰਦੇ ਹਨ ਜਦੋਂ ਮਹਾਸਾਗਰਾਂ ਦੇ ਤਲ 'ਤੇ ਪਾਣੀ ਦੇ ਤਾਪਮਾਨ ਅਤੇ 2 ਕਿਲੋਮੀਟਰ ਤੱਕ ਦੀ ਗਹਿਰਾਈ 'ਤੇ ਪਾਣੀ ਦੇ ਤਾਪਮਾਨ ਵਿੱਚ 20 ਡਿਗਰੀ ਸੈਲਸੀਅਸ 293 ਕੈਲਵਿਨ ਜਾਂ ਵੱਧ ਦਾ ਅੰਤਰ ਹੋਵੇ। ਸੋ ਰਾਈਟ ਆਪਸ਼ਨ ਇਜ਼ ਐੜਾ, ਸਮੁੰਦਰ ਵਿੱਚ ਤਾਪਮਾਨ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਹੋਣਾ। ਪਨ ਪਾਵਰ ਪਲਾਂਟ ਵਿੱਚ, ਹਾਈਡਰੋ ਪਾਵਰ ਪਲਾਂਟ ਵਿੱਚ ਉਚਾਈ ਤੋਂ ਡਿੱਗਦੇ ਹੋਏ ਪਾਣੀ ਵਿਚਲੀ ਗਤਿਜ ਊਰਜਾ ਬਿਜਲੀ ਵਿੱਚ ਬਦਲ ਜਾਂਦੀ ਹੈ। ਸੈਕਿੰਡ ਆਪਸ਼ਨ ਇਜ਼, ਜਮ੍ਹਾਂ ਕੀਤੇ ਹੋਈ ਪਾਣੀ ਵਿਚਲੀ ਗਤਿਜ ਊਰਜਾ ਸਥਿਤਿਜ ਊਰਜਾ ਵਿੱਚ ਬਦਲ ਜਾਂਦੀ ਹੈ। ਨੈਕਸਟ ਇਜ਼, ਬਿਜਲੀ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈ। ਊੜਾ ਅਤੇ ਈੜੀ ਦੋਨੋਂ। ਬੇਟਾ, ਇਸ ਦਾ ਆਨਸਰ ਹੈ ਊੜਾ ਅਤੇ ਈੜੀ ਦੋਨੋਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪਨ ਪਾਵਰ ਪਲਾਂਟ, ਹਾਈਡਰੋ ਪਾਵਰ ਪਲਾਂਟ ਵਿੱਚ ਉਚਾਈ ਤੋਂ ਡਿੱਗਦੇ ਹੋਏ ਪਾਣੀ ਦੀ ਜਿਹੜੀ ਗਤਿਜ ਊਰਜਾ ਹੈ ਉਹ ਬਿਜਲੀ ਊਰਜਾ ਵਿੱਚ ਬਦਲੀ ਜਾਂਦੀ ਹੈ ਅਤੇ ਨਾਲ ਹੀ ਇਸ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ ਅਤੇ ਬਿਜਲੀ ਪੈਦਾ ਕਰਨ ਲਈ ਜਿਹੜਾ ਮੁੱਖ ਸਰੋਤ ਹੈ ਉਹ ਪਾਣੀ, ਉਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸੋ ਸਸਤਾ ਆਪਸ਼ਨ ਇਜ਼ ਰਾਈਟ ਆਪਸ਼ਨ, ਊੜਾ ਅਤੇ ਈੜੀ ਦੋਨੋਂ। ਨੈਕਸਟ, ਨਿਊਕਲੀਅਰ ਪਾਵਰ ਪਲਾਂਟ ਵਿੱਚ ਪੈਦਾ ਹੋਏ ਵਿਅਰਥ ਪਦਾਰਥਾਂ ਦਾ ਨਿਪਟਾਰਾ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਆਪਸ਼ਨਸ ਆਰ, ਬਹੁਤ ਜ਼ਿਆਦਾ ਰੇਡੀਓ ਐਕਟਿਵ ਹੋਣ ਕਰਕੇ, ਬਹੁਤ ਜ਼ਿਆਦਾ ਜਲਨਸ਼ੀਲ ਹੋਣ ਕਰਕੇ, ਬਹੁਤ ਜ਼ਿਆਦਾ ਬਦਬੂ ਹੋਣ ਕਰਕੇ, ਬਹੁਤ ਭਾਰਾ ਹੋਣ ਕਰਕੇ। ਬੇਟਾ, ਰਾਈਟ ਆਪਸ਼ਨ ਇਜ਼ ਬਹੁਤ ਜ਼ਿਆਦਾ ਰੇਡੀਓ ਐਕਟਿਵ ਹੋਣ ਕਰਕੇ। ਨਿਊਕਲੀਅਰ ਪਾਵਰ ਪਲਾਂਟ ਵਿੱਚ ਜਿਹੜਾ ਵਿਅਰਥ ਪਦਾਰਥ ਪੈਦਾ ਹੁੰਦਾ ਹੈ ਉਸ ਦਾ ਨਿਪਟਾਰਾ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ, ਕਿਉਂਕਿ ਜਿਹੜਾ ਵਿਅਰਥ ਪਦਾਰਥ ਹੈ ਉਹ ਰੇਡੀਓ ਐਕਟਿਵ ਪਦਾਰਥ ਹੁੰਦਾ ਹੈ ਅਤੇ ਉਹ ਬਹੁਤ ਹਾਰਮਫੁਲ ਰੇਡੀਏਸ਼ਨ ਜਿਹੜੀ ਹੈ ਉਹ ਛੱਡਦਾ ਹੈ, ਜਿਹੜੀ ਕਿ ਵਾਤਾਵਰਨ ਲਈ, ਜੀਵ ਜੰਤੂਆਂ ਲਈ ਬਹੁਤ ਹਾਨੀਕਾਰਕ ਹੈ। ਸੋ ਰਾਈਟ ਆਪਸ਼ਨ ਇਜ਼ ਊੜਾ, ਬਹੁਤ ਜ਼ਿਆਦਾ ਰੇਡੀਓ ਐਕਟਿਵ ਹੋਣ ਕਰਕੇ। ਨੈਕਸਟ ਕੁਐਸਚਨ, ਇੱਕ ਪਰਮਾਣੂ ਪੁੰਜ ਇਕਾਈ ਦੀ ਊਰਜਾ ਕਿਸ ਦੇ ਬਰਾਬਰ ਹੁੰਦੀ ਹੈ। ਬੇਟੇ, ਇਹ ਤੁਹਾਨੂੰ ਯਾਦ ਰੱਖਣਾ ਹੈ ਕਿ ਇੱਕ ਪਰਮਾਣੂ ਪੁੰਜ ਇਕਾਈ ਦੀ ਊਰਜਾ 931 ਮੈਗਾ ਇਲੈਕਟ੍ਰੋਨ ਵੋਲਟ ਦੇ ਬਰਾਬਰ ਹੁੰਦੀ ਹੈ। ਸੋ ਸੱਸਾ ਇਜ਼ ਰਾਈਟ ਆਪਸ਼ਨ, 931 ਮੈਗਾ ਇਲੈਕਟ੍ਰੋਨ ਵੋਲਟ। ਨੈਕਸਟ, 1 ਇਲੈਕਟ੍ਰੋਨ ਵੋਲਟ ਵਿੱਚ ਕਿੰਨੇ ਜੂਲ ਹੁੰਦੇ ਹਨ। ਬੇਟਾ, 1 ਇਲੈਕਟ੍ਰੋਨ ਵੋਲਟ ਵਿੱਚ 1.6 ਮਲਟੀਪਲਾਈ 10⁻⁻19 ਜੂਲ ਹੁੰਦੇ ਹਨ। ਇਹ ਤੁਹਾਨੂੰ ਯਾਦ ਰੱਖਣਾ ਹੈ। ਨੈਕਸਟ ਕੁਐਸਚਨ, ਪੌਣ ਊਰਜਾ ਫਾਰਮ ਰਾਹੀਂ ਬਿਜਲੀ ਪੈਦਾ ਕਰਨ ਲਈ ਹਵਾ ਦੀ ਗਤੀ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ। ਬੇਟਾ, ਪੌਣ ਊਰਜਾ ਫਾਰਮ ਰਾਹੀਂ ਜਦੋਂ ਬਿਜਲੀ ਪੈਦਾ ਕਰਨੀ ਹੈ ਤਾਂ ਹਵਾ ਦੀ ਗਤੀ ਘੱਟ ਤੋਂ ਘੱਟ 15 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਹੋਏਗੀ ਤਾਂ ਤੁਸੀਂ ਬਿਜਲੀ ਪੈਦਾ ਨਹੀਂ ਕਰ ਪਾਓਗੇ। ਘੱਟ ਤੋਂ ਘੱਟ 15 ਕਿਲੋਮੀਟਰ ਪ੍ਰਤੀ ਘੰਟਾ ਜੇਕਰ
ਸਾਡੀ ਹਵਾ ਦੀ ਗਤੀ ਹੋਵੇਗੀ ਤਾਂ ਹੀ ਪੌਣ ਊਰਜਾ ਫਾਰਮ ਵਿੱਚ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸੋ ਰਾਈਟ ਆਪਸ਼ਨ ਇਜ਼ ਈਡੀ 15 ਕਿਲੋਮੀਟਰ ਪ੍ਰਤੀ ਘੰਟਾ। ਨੈਕਸਟ, ਜੈਟ ਹਵਾਈ ਜਹਾਜ਼ ਵਿੱਚ ਵਰਤਿਆ ਜਾਣ ਵਾਲਾ ਬਾਲਣ ਕਿਹੜਾ ਹੁੰਦਾ ਹੈ? ਆਪਸ਼ਨਸ ਆਰ ਡੀਜ਼ਲ, ਪੈਟਰੋਲ, ਮਿੱਟੀ ਦਾ ਤੇਲ, ਬਾਲਣ ਤੇਲ। ਬੇਟਾ ਜਿਹੜੇ ਜੈਟ ਹਵਾਈ ਜਹਾਜ਼ ਹੁੰਦੇ ਹੈ ਉਸ ਵਿੱਚ ਮਿੱਟੀ ਦਾ ਤੇਲ ਕੈਰੋਸਿਨ ਆਇਲ ਜਿਹੜਾ ਉਹ ਵਰਤਿਆ ਜਾਂਦਾ ਹੈ। ਸੋ ਰਾਈਟ ਆਪਸ਼ਨ ਇਜ਼ ਈਡੀ ਮਿੱਟੀ ਦਾ ਤੇਲ। ਨੈਕਸਟ ਕੁਐਸਚਨ ਇਜ਼ ਸੋਲਰ ਕੁੱਕਰ ਦਾ ਕਿਹੜਾ ਹਿੱਸਾ ਹਰਾ ਗ੍ਰਹਿ ਪ੍ਰਭਾਵ ਲਈ ਜ਼ਿੰਮੇਵਾਰ ਹੈ? ਆਪਸ਼ਨਸ ਆਰ ਡੱਬੇ ਦੇ ਅੰਦਰ ਕਾਲੇ ਰੰਗ ਦਾ ਪੇਂਟ, ਸ਼ੀਸ਼ਾ, ਗਲਾਸ ਸ਼ੀਟ, ਸੋਲਰ ਕੁੱਕਰ ਦਾ ਬਾਹਰਲਾ ਹਿੱਸਾ। ਰਾਈਟ ਆਪਸ਼ਨ ਇਜ਼ ਗਲਾਸ ਸ਼ੀਟ। ਗਲਾਸ ਸ਼ੀਟ ਜਿਹੜੀ ਹੈ ਉਹ ਹੀ ਸੋਲਰ ਕੁੱਕਰ ਦੇ ਅੰਦਰ ਹਰਾ ਗ੍ਰਹਿ ਪ੍ਰਭਾਵ ਪੈਦਾ ਕਰਦੀ ਹੈ। ਅਸਲ ਵਿੱਚ ਸੂਰਜ ਤੋਂ ਆਉਣ ਵਾਲੀਆਂ ਜਿਹੜੀਆਂ ਕਿਰਨਾਂ ਹੈ ਉਸ ਵਿੱਚ ਇਨਫਰਾਰੈਡ ਰੇਡੀਏਸ਼ਨਸ, ਵਿਜ਼ੀਬਲ ਰੇਡੀਏਸ਼ਨਸ ਅਤੇ ਅਲਟਰਾਵਾਇਲਟ ਰੇਡੀਏਸ਼ਨਸ ਹੁੰਦੀਆਂ। ਇਹਨਾਂ ਵਿੱਚੋਂ ਜਿਹੜੀ ਇਨਫਰਾਰੈਡ ਰੇਡੀਏਸ਼ਨਸ ਹੈ ਉਹ ਹੀਟਿੰਗ ਇਫੈਕਟ ਕਾਜ਼ ਕਰਦੀਆਂ। ਇਨਫਰਾਰੈਡ ਰੇਡੀਏਸ਼ਨਸ ਇਹਨਾਂ ਗਲਾਸ ਸ਼ੀਟ ਤੋਂ ਹੁੰਦੇ ਹੋਏ ਅੰਦਰ ਚਲੇ ਜਾਂਦੀਆਂ ਸੋਲਰ ਕੁੱਕਰ ਦੇ ਬਾਕਸ ਵਿੱਚ, ਪਰ ਇਹ ਗਲਾਸ ਸ਼ੀਟ ਉਹਨਾਂ ਰੇਡੀਏਸ਼ਨਸ ਨੂੰ ਅੰਦਰ ਹੀ ਟਰੈਪ ਕਰ ਦਿੰਦੀ ਹੈ, ਉਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੀ, ਜਿਸ ਕਰਕੇ ਸੋਲਰ ਕੁੱਕਰ ਵਿੱਚ ਹਰਾ ਗ੍ਰਹਿ ਪ੍ਰਭਾਵ ਜਿਹੜਾ ਉਹ ਪੈਦਾ ਹੋ ਜਾਂਦਾ ਹੈ। ਅਤੇ ਸੋ ਰਾਈਟ ਆਪਸ਼ਨ ਇਜ਼ ਈਡੀ ਗਲਾਸ ਸ਼ੀਟ। ਨੈਕਸਟ, ਭਾਫ ਇੰਜਨ ਭਾਫ ਦੀ ਤਾਪ ਊਰਜਾ ਨੂੰ ਕਿਸ ਵਿੱਚ ਬਦਲਦਾ ਹੈ? ਬੇਟਾ ਜਿਹੜਾ ਭਾਫ ਇੰਜਨ ਹੈ ਉਹ ਭਾਫ ਦੀ ਤਾਪ ਊਰਜਾ ਨੂੰ ਯਾਂਤਰਿਕ ਊਰਜਾ ਵਿੱਚ ਬਦਲਦਾ ਹੈ। ਨੈਕਸਟ, ਊਰਜਾ ਦੀ SI ਇਕਾਈ ਦਾ CGS ਇਕਾਈ ਨਾਲ ਅਨੁਪਾਤ ਹੁੰਦਾ ਹੈ। ਆਪਸ਼ਨਸ ਆਰ 10 raised to the power 5, 10 raised to the power 7, 10 raised to the power 6 and 10 raised to the power -7। ਬੇਟਾ ਊਰਜਾ ਦੀ SI ਇਕਾਈ ਹੁੰਦੀ ਹੈ ਜੂਲ, ਸੋ 1 ਜੂਲ, ਅਤੇ ਜਿਹੜੀ ਊਰਜਾ ਦੀ CGS ਇਕਾਈ ਹੈ ਉਹ ਹੈ ਅਰਗ। 1 ਜੂਲ ਜਿਹੜਾ ਹੈ ਉਹ 10 raised to the power 7 ਅਰਗਸ ਦੇ ਬਰਾਬਰ ਹੁੰਦਾ। ਸੋ ਰਾਈਟ ਆਪਸ਼ਨ ਇਜ਼ ਐੜਾ 10 raised to the power 7। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਸਿਆ ਕੋਲੇ ਦੇ ਜਲਣ ਨਾਲ ਸੰਬੰਧਿਤ ਹੈ? ਬੇਟਾ ਜਦੋਂ ਅਸੀਂ ਕੋਲਾ ਜਲਾਉਂਦੇ ਹਾਂ ਤਾਂ ਕਿਹੜੀ ਸਮੱਸਿਆ ਪੈਦਾ ਹੁੰਦੀ ਹੈ? ਆਪਸ਼ਨਸ ਆਰ ਕਾਰਬਨ ਡਾਈਆਕਸਾਈਡ ਦਾ ਬਣਨਾ, ਤੇਜ਼ਾਬੀ ਵਰਖਾ, ਸੁਆਹ ਦਾ ਉੱਡਣਾ, ਉਪਰੋਕਤ ਸਾਰੇ। ਬੇਟੇ ਜਦੋਂ ਅਸੀਂ ਕੋਲਾ ਜਲਾਉਂਦੇ ਹਾਂ ਤਾਂ ਜਿਹੜੀ ਮੁੱਖ ਸਮੱਸਿਆ ਹੈ ਉਹ ਸੁਆਹ ਪੈਦਾ ਹੁੰਦੀ ਹੈ ਅਤੇ ਉਹ ਸੁਆਹ ਉੱਡਦੀ ਹੈ ਨਾ। ਸੋ ਈਡੀ ਇਜ਼ ਰਾਈਟ ਆਨਸਰ, ਸੁਆਹ ਦਾ ਉੱਡਣਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਬਾਇਓਗੈਸ ਪਲਾਂਟ ਵਿੱਚ ਗੋਹੇ ਤੋਂ ਬਾਇਓਗੈਸ ਬਣਾਉਂਦਾ ਹੈ? ਬੇਟਾ ਆਪਸ਼ਨਸ ਆਰ ਆਕਸੀ ਜੀਵਾਣੂ, ਅਨਆਕਸੀ ਜੀਵਾਣੂ, ਪ੍ਰੋਟੋਜ਼ੋਆ, ਉੱਲੀ। ਬੇਟਾ ਰਾਈਟ ਆਪਸ਼ਨ ਇਜ਼ ਅਨਆਕਸੀ ਜੀਵਾਣੂ। ਬਾਇਓਗੈਸ ਪਲਾਂਟ ਵਿੱਚ ਅਨਆਕਸੀ ਜੀਵਾਣੂ ਜਿਹੜੇ ਹਨ ਉਹ ਗੋਹੇ ਨੂੰ ਅਪਘਟਿਤ ਕਰਦੇ ਹਨ। ਇਹ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ, ਆਕਸੀਜਨ ਦੀ ਅਣਹੋਂਦ ਵਿੱਚ ਗੋਹੇ ਨੂੰ ਅਪਘਟਿਤ ਕਰਦੇ ਹਨ ਅਤੇ ਉਸ ਤੋਂ ਬਾਇਓਗੈਸ ਪੈਦਾ ਹੁੰਦੀ ਹੈ। ਸੋ ਰਾਈਟ ਆਨਸਰ ਇਜ਼ ਐੜਾ ਅਨਆਕਸੀ ਜੀਵਾਣੂ। ਨੈਕਸਟ, ਨਿਊਕਲੀਅਰ ਪਾਵਰ ਪਲਾਂਟ ਵਿੱਚ ਕਿਹੜਾ ਬਾਲਣ ਵਰਤਿਆ ਜਾਂਦਾ ਹੈ? ਆਪਸ਼ਨਸ ਆਰ ਕੋਲਾ, ਹਾਈਡਰੋਜਨ, ਯੂਰੇਨੀਅਮ, ਕੋਈ ਨਹੀਂ। ਬੇਟਾ ਰਾਈਟ ਆਪਸ਼ਨ ਇਜ਼ ਯੂਰੇਨੀਅਮ। ਜਿਹੜਾ ਨਿਊਕਲੀਅਰ ਪਾਵਰ ਪਲਾਂਟ ਹੈ ਉਸ ਵਿੱਚ ਅਸੀਂ ਯੂਰੇਨੀਅਮ ਦੀ ਵਰਤੋਂ ਕਰਦੇ ਹਾਂ, ਉਸ ਵਿੱਚ ਵਰਤਿਆ ਜਾਣ ਵਾਲਾ ਬਾਲਣ ਹੈ ਯੂਰੇਨੀਅਮ। ਨੈਕਸਟ, ਬਾਇਓਗੈਸ ਦਾ ਮੁੱਖ ਅੰਸ਼ ਕਿਹੜਾ ਹੈ? ਬੇਟੇ ਆਪਸ਼ਨਸ ਆਰ ਮਿਥੇਨ, ਹਾਈਡਰੋਜਨ, ਕਾਰਬਨ ਡਾਈਆਕਸਾਈਡ, ਕੋਈ ਨਹੀਂ। ਬਾਇਓਗੈਸ ਦਾ ਜਿਹੜਾ ਮੁੱਖ ਅੰਸ਼ ਹੈ ਉਹ ਮਿਥੇਨ ਹੈ। ਸੋ ਊੜਾ ਇਜ਼ ਰਾਈਟ ਆਪਸ਼ਨ, ਮਿਥੇਨ। ਨੈਕਸਟ ਕੁਐਸਚਨ, ਇੱਕ ਉਪਕਰਨ ਜੋ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਦਾ ਹੈ ਉਹ ਡੈਸ਼ ਹੈ। ਅਸੀਂ ਅਜਿਹੇ ਉਪਕਰਨ ਦਾ ਨਾਂ ਦੱਸਣਾ ਹੈ ਜਿਹੜਾ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਦਾ ਹੈ। ਬੇਟੇ ਆਪਸ਼ਨਸ ਆਰ ਵੋਲਟਿਕ ਸੈੱਲ, ਲੈਕਲੈਂਚੇ ਸੈੱਲ, ਸੁੱਕਾ ਸੈੱਲ, ਫੋਟੋਵੋਲਟਿਕ ਸੈੱਲ। ਬੇਟਾ ਰਾਈਟ ਆਪਸ਼ਨ ਇਜ਼ ਫੋਟੋਵੋਲਟਿਕ ਸੈੱਲ। ਸੋਲਰ ਸੈੱਲ ਨੂੰ ਹੀ ਫੋਟੋਵੋਲਟਿਕ ਸੈੱਲ ਕਿਹਾ ਜਾਂਦਾ ਹੈ ਅਤੇ ਜਿਹੜਾ ਸੋਲਰ ਸੈੱਲ ਫੋਟੋਵੋਲਟਿਕ ਸੈੱਲ ਹੈ ਉਹ ਡਾਇਰੈਕਟਲੀ ਉਸ ਉੱਤੇ ਪੈਣ ਵਾਲੀ ਸੋਲਰ ਐਨਰਜੀ ਨੂੰ, ਸੂਰਜੀ ਊਰਜਾ ਨੂੰ ਇਲੈਕਟ੍ਰਿਕ ਐਨਰਜੀ, ਬਿਜਲਈ ਊਰਜਾ ਵਿੱਚ ਬਦਲ ਦਿੰਦਾ ਹੈ। ਨੈਕਸਟ,
ਸੋਲਰ ਪੈਨਲ ਵਿੱਚ ਸੂਰਜੀ ਸੈੱਲਾਂ ਨੂੰ ਜੋੜਨ ਵਾਲੀਆਂ ਤਾਰਾਂ ਨੂੰ ਬਣਾਉਣ ਲਈ ਕਿਸ ਧਾਤੂ ਦੀ ਵਰਤੋਂ ਕੀਤੀ ਜਾਂਦੀ ਹੈ? ਬੇਟਾ ਆਪਸ਼ਨਸ ਆਰ ਤਾਂਬਾ, ਲੋਹਾ, ਐਲੂਮੀਨੀਅਮ, ਚਾਂਦੀ। ਬੇਟਾ ਸੋਲਰ ਪੈਨਲ ਵਿੱਚ ਸੂਰਜੀ ਸੈੱਲਾਂ ਨੂੰ ਜੋੜਨ ਵਾਲੀਆਂ ਤਾਰਾਂ ਨੂੰ ਬਣਾਉਣ ਲਈ ਚਾਂਦੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਲਾਸਟ ਆਪਸ਼ਨ ਇਜ਼ ਰਾਈਟ ਆਪਸ਼ਨ, ਚਾਂਦੀ। ਨੈਕਸਟ, ਬਲਨ ਲਈ ਜ਼ਰੂਰੀ ਹਨ। ਆਪਸ਼ਨਸ ਆਰ ਜਲਨਸ਼ੀਲ ਪਦਾਰਥ, ਕੰਬਸਟੀਬਲ ਸਬਸਟਾਂਸ, ਆਕਸੀਜਨ ਦੀ ਮੌਜੂਦਗੀ, ਪ੍ਰੈਜ਼ੈਂਸ ਆਫ ਆਕਸੀਜਨ, ਪਦਾਰਥ ਦਾ ਪ੍ਰਜਲਨ ਤਾਪਮਾਨ, ਇਗਨੀਸ਼ਨ ਟੈਂਪਰੇਚਰ, ਉਪਰੋਕਤ ਸਾਰੇ, ਆਲ ਆਫ ਦਾ ਅਬਵ। ਬੇਟਾ ਰਾਈਟ ਆਪਸ਼ਨ ਇਜ਼ ਉਪਰੋਕਤ ਸਾਰੇ। ਬਲਨ ਲਈ ਇਹ ਸਾਰੀ ਕੰਡੀਸ਼ਨਸ ਹੀ ਜ਼ਰੂਰੀ ਹੈ। ਬਲਨ ਲਈ ਜਲਨਸ਼ੀਲ ਪਦਾਰਥ ਦਾ ਹੋਣਾ ਵੀ ਜ਼ਰੂਰੀ ਹੈ, ਆਕਸੀਜਨ ਦੀ ਮੌਜੂਦਗੀ ਵੀ ਜ਼ਰੂਰੀ ਹੈ ਤੇ ਪਦਾਰਥ ਦਾ ਪ੍ਰਜਲਨ ਤਾਪਮਾਨ ਤੱਕ ਪਹੁੰਚਣਾ ਵੀ ਜ਼ਰੂਰੀ ਹੈ। ਸੋ ਲਾਸਟ ਆਪਸ਼ਨ ਇਜ਼ ਰਾਈਟ ਆਪਸ਼ਨ, ਉਪਰੋਕਤ ਸਾਰੇ। ਨੈਕਸਟ, ਇਹਨਾਂ ਵਿੱਚੋਂ ਕਿਸ ਦਾ ਸਭ ਤੋਂ ਵੱਧ ਕੈਲੋਰੀ ਮਾਨ ਹੈ? ਆਪਸ਼ਨਸ ਆਰ LPG, CNG, ਹਾਈਡਰੋਜਨ, ਪੈਟਰੋਲ। ਬੇਟਾ ਹਾਈਡਰੋਜਨ ਦਾ ਕੈਲੋਰੀ ਮਾਨ ਇਹਨਾਂ ਸਾਰਿਆਂ ਤੋਂ ਵੱਧ ਹੈ। ਸੋ ਰਾਈਟ ਆਨਸਰ ਇਜ਼ ਹਾਈਡਰੋਜਨ। ਨੈਕਸਟ, ਸੂਰਜੀ ਵਿਕਿਰਨਾਂ ਵਿੱਚ ਗਰਮੀ ਮੁੱਖ ਤੌਰ 'ਤੇ ਡੈਸ਼ ਕਾਰਨ ਹੁੰਦੀ ਹੈ? ਆਪਸ਼ਨਸ ਆਰ ਇਨਫਰਾਰੈਡ ਵਿਕਿਰਨ, ਅਲਟਰਾਵਾਇਲਟ ਵਿਕਿਰਨ, ਦ੍ਰਿਸ਼ ਵਿਕਿਰਨ, ਐਕਸ-ਰੇ। ਬੇਟਾ ਸੂਰਜੀ ਵਿਕਿਰਨ ਜਿਹੜਾ ਹੈ ਉਸ ਵਿੱਚ 3 ਤਰ੍ਹਾਂ ਦੇ ਵਿਕਿਰਨ ਹੁੰਦੇ ਹੈ, ਇਨਫਰਾਰੈਡ ਵਿਕਿਰਨ, ਅਲਟਰਾਵਾਇਲਟ ਵਿਕਿਰਨ ਤੇ ਦ੍ਰਿਸ਼ ਵਿਕਿਰਨ। ਇਹਨਾਂ ਵਿੱਚੋਂ ਜਿਹੜਾ ਇਨਫਰਾਰੈਡ ਵਿਕਿਰਨ ਹੈ ਉਹ ਗਰਮੀ ਲਈ ਰਿਸਪੌਂਸੀਬਲ ਹੈ, ਹੀਟਿੰਗ ਇਫੈਕਟ ਕਾਜ਼ ਕਰਦਾ ਹੈ। ਸੋ ਰਾਈਟ ਆਪਸ਼ਨ ਇਜ਼ ਫਸਟ ਆਪਸ਼ਨ, ਇਨਫਰਾਰੈਡ ਵਿਕਿਰਨ। ਨੈਕਸਟ, ਕਿਸੇ ਵਸਤੂ ਵਿੱਚ ਗਤੀ ਕਾਰਨ ਪੈਦਾ ਹੋਈ ਊਰਜਾ ਡੈਸ਼ ਹੈ? ਬੇਟਾ ਜਿਹੜੀ ਊਰਜਾ ਗਤੀ ਦੇ ਕਾਰਨ ਪੈਦਾ ਹੁੰਦੀ ਹੈ, ਕਿਸੇ ਵਸਤੂ ਦੇ ਗਤੀ ਕਰਨ ਦੇ ਕਾਰਨ ਜਿਹੜੀ ਊਰਜਾ ਪੈਦਾ ਹੁੰਦੀ ਹੈ ਉਸਨੂੰ ਗਤਿਜ ਊਰਜਾ ਕਹਿੰਦੇ ਹੈ। ਸੋ ਫਸਟ ਆਪਸ਼ਨ ਇਜ਼ ਰਾਈਟ ਆਪਸ਼ਨ, ਗਤਿਜ ਊਰਜਾ। ਨੈਕਸਟ, ਇੱਕ ਉਪਕਰਨ ਜੋ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਦਾ ਹੈ ਉਹ ਇੱਕ ਡੈਸ਼ ਹੈ? ਬੇਟਾ ਅਜਿਹਾ ਕੁਐਸਚਨ ਅਸੀਂ ਪਹਿਲੇ ਵੀ ਪੜ੍ਹਿਆ ਕਿ ਇੱਕ ਅਜਿਹਾ ਉਪਕਰਨ ਜਿਹੜਾ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਦਾ ਹੈ ਉਸਨੂੰ ਅਸੀਂ ਕੀ ਕਹਿੰਦੇ ਹਾਂ? ਉਸਨੂੰ ਅਸੀਂ ਫੋਟੋਵੋਲਟਿਕ ਸੈੱਲ ਜਾਂ ਫਿਰ ਸੋਲਰ ਸੈੱਲ ਕਹਿੰਦੇ ਹਾਂ। ਸੋ ਰਾਈਟ ਆਪਸ਼ਨ ਇਜ਼ ਫੋਰਥ ਆਪਸ਼ਨ, ਫੋਟੋਵੋਲਟਿਕ ਸੈੱਲ। ਨੈਕਸਟ ਕੁਐਸਚਨ, ਮਨੁੱਖ ਅਤੇ ਜੀਵਾਂ ਦੁਆਰਾ ਉਹਨਾਂ ਦੀਆਂ ਰੋਜ਼ਾਨਾ ਜੀਵਨ ਦੀਆਂ ਕਿਰਿਆਵਾਂ ਨੂੰ ਪੂਰਾ ਕਰਨ ਲਈ ਵਰਤੀ ਜਾਣ ਵਾਲੀ ਊਰਜਾ ਡੈਸ਼ ਹੈ? ਆਪਸ਼ਨਸ ਆਰ ਪੌਣ ਊਰਜਾ, ਭੂ-ਤਾਪ ਊਰਜਾ, ਪੇਸ਼ੀ ਊਰਜਾ, ਪਨ ਊਰਜਾ। ਬੇਟਾ ਜਿਹੜੇ ਮਨੁੱਖ ਹੈ ਜਾਂ ਜਿਹੜੇ ਹੋਰ ਜੀਵ ਹੈ ਆਪਣੀ ਰੋਜ਼ਮਰਜ਼ਾ ਦੀਆਂ ਜਿਹੜੀਆਂ ਕਿਰਿਆਵਾਂ ਹਨ ਉਹਨਾਂ ਨੂੰ ਪੂਰੇ ਕਰਨ ਲਈ ਉਹ ਕਿਸ ਊਰਜਾ ਦੀ ਵਰਤੋਂ ਕਰਦੇ ਹਨ? ਆਪਣੀ ਪੇਸ਼ੀ ਊਰਜਾ ਦੀ ਵਰਤੋਂ ਕਰਦੇ ਹਨ। ਸੋ ਥਰਡ ਆਪਸ਼ਨ, ਪੇਸ਼ੀ ਊਰਜਾ ਇਜ਼ ਰਾਈਟ ਆਪਸ਼ਨ, ਆਨਸਰ ਇਜ਼ ਪੇਸ਼ੀ ਊਰਜਾ। ਨੈਕਸਟ, ਸੂਰਜ ਵਿੱਚ ਹਾਈਡਰੋਜਨ ਡੈਸ਼ ਵਿੱਚ ਤਬਦੀਲ ਹੋ ਜਾਂਦੀ ਹੈ? ਆਪਸ਼ਨਸ ਆਰ ਹੀਲੀਅਮ, ਕਾਰਬਨ, ਆਕਸੀਜਨ, ਨਾਈਟ੍ਰੋਜਨ। ਬੇਟਾ ਸੂਰਜ ਵਿੱਚ ਨਿਊਕਲੀ ਸੰਯੋਜਨ ਕਿਰਿਆ ਹੁੰਦੀ ਹੈ ਅਤੇ ਇਸ ਵਿੱਚ ਹਾਈਡਰੋਜਨ ਜਿਹੜੀ ਹੈ ਉਹ ਹੀਲੀਅਮ ਵਿੱਚ ਬਦਲਦੀ ਹੈ। ਸੋ ਫਸਟ ਆਪਸ਼ਨ ਹੀਲੀਅਮ ਇਜ਼ ਰਾਈਟ ਆਪਸ਼ਨ। ਨੈਕਸਟ, ਇੱਕ ਪ੍ਰਮਾਣੂ ਰਿਐਕਟਰ ਵਿੱਚ ਪ੍ਰਮਾਣੂ ਊਰਜਾ ਯੂਰੇਨੀਅਮ ਦੇ ਨਿਊਕਲੀਅਸ ਨੂੰ ਡੈਸ਼ ਨਾਲ ਤੋੜ ਕੇ ਪ੍ਰਾਪਤ ਕੀਤੀ ਜਾਂਦੀ ਹੈ? ਬੇਟਾ ਯੂਰੇਨੀਅਮ ਨੂੰ ਜਿਹੜਾ ਤੋੜਨਾ ਹੈ, ਯੂਰੇਨੀਅਮ ਦੇ ਨਿਊਕਲੀਅਸ ਨੂੰ ਜਿਹੜਾ ਤੋੜਨਾ ਹੈ ਉਸ ਲਈ ਸਾਨੂੰ ਹੌਲੀ ਚੱਲਦਾ ਹੋਇਆ ਨਿਊਟਰੋਨ ਚਾਹੀਦਾ ਹੈ। ਸਲੋ ਮੂਵਿੰਗ ਨਿਊਟਰੋਨ ਜਦੋਂ ਯੂਰੇਨੀਅਮ ਦੇ ਨਾਲ ਟਕਰਾਉਂਦਾ ਹੈ ਤਾਂ ਹੀ ਉਸਦਾ ਨਿਊਕਲੀਅਸ ਜਿਹੜਾ ਹੈ ਉਹ ਟੁੱਟਦਾ ਹੈ ਅਤੇ ਇਹ ਨਿਊਕਲੀਅਰ ਵਿਖੰਡਨ ਕਿਰਿਆ ਹੁੰਦੀ ਹੈ ਅਤੇ ਇਸ ਦਾ ਆਨਸਰ ਹੈ ਹੌਲੀ ਚੱਲਦੇ ਨਿਊਟਰੋਨ। ਇੱਕ ਪ੍ਰਮਾਣੂ ਰਿਐਕਟਰ ਵਿੱਚ ਪ੍ਰਮਾਣੂ ਊਰਜਾ ਯੂਰੇਨੀਅਮ ਦੇ ਨਿਊਕਲੀਅਸ ਨੂੰ ਹੌਲੀ ਚੱਲਦੇ ਨਿਊਟਰੋਨ ਨਾਲ ਤੋੜ ਕੇ ਪ੍ਰਾਪਤ ਕੀਤੀ ਜਾਂਦੀ ਹੈ। ਬੇਟਾ ਨੈਕਸਟ ਇਜ਼ ਡੈਸ਼ OTEC ਵਿੱਚ ਊਰਜਾ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ? ਬੇਟਾ OTEC ਮਤਲਬ ਓਸ਼ਨ ਥਰਮਲ ਐਨਰਜੀ ਕਨਵਰਜਨ ਪਲਾਂਟ। ਬੇਟਾ ਓਸ਼ਨ ਥਰਮਲ ਐਨਰਜੀ ਕਨਵਰਜਨ ਪਲਾਂਟ ਵਿੱਚ ਊਰਜਾ ਪੈਦਾ ਕਰਨ ਲਈ ਸਮੁੰਦਰ ਵਿੱਚ ਪਾਣੀ ਦੀਆਂ ਵੱਖ-ਵੱਖ ਪਰਤਾਂ ਵਿੱਚ ਤਾਪਮਾਨ ਦਾ ਜਿਹੜਾ ਅੰਤਰ ਹੁੰਦਾ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਸੈਕਿੰਡ ਆਪਸ਼ਨ ਇਜ਼ ਰਾਈਟ ਆਪਸ਼ਨ, ਸਮੁੰਦਰ ਵਿੱਚ ਪਾਣੀ ਦੀਆਂ ਵੱਖ-ਵੱਖ ਪਰਤਾਂ ਵਿੱਚ ਤਾਪਮਾਨ ਦਾ ਅੰਤਰ OTEC ਵਿੱਚ ਊਰਜਾ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਨੈਕਸਟ,
ਨਿਊਕਲੀਅਰ ਸੰਯੋਜਨ ਪ੍ਰਤੀਕ੍ਰਿਆ ਨੂੰ ਲਾਭਕਾਰੀ ਕਾਰਜਾਂ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਹਨਾਂ ਪ੍ਰਤੀਕ੍ਰਿਆਵਾਂ ਲਈ ਬਹੁਤ ਉੱਚ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਅਤੇ ਨਿਯੰਤਰਨਯੋਗ ਹੁੰਦੀਆਂ ਹਨ। ਇਹਨਾਂ ਪ੍ਰਤੀਕ੍ਰਿਆਵਾਂ ਲਈ ਬਹੁਤ ਉੱਚ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਅਤੇ ਬੇਕਾਬੂ ਹੁੰਦੀਆਂ ਹਨ। ਆਪਸ਼ਨਸ ਆਰ ਸਿਰਫ ਏ ਸੱਚ ਹੈ, ਕੇਵਲ ਬੀ ਹੀ ਸੱਚ ਹੈ, ਏ ਅਤੇ ਬੀ ਦੋਵੇਂ ਗਲਤ ਹਨ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਬੇਟਾ ਬੀ ਜਿਹੜਾ ਹੈ ਉਹ ਸੱਚ ਹੈ ਕਿਉਂਕਿ ਇਹਨਾਂ ਨੇ ਸਹੀ ਬੋਲਿਆ ਕਿ ਇਹਨਾਂ ਪ੍ਰਤੀਕ੍ਰਿਆਵਾਂ ਵਿੱਚ ਬਹੁਤ ਉੱਚ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਅਤੇ ਜਦੋਂ ਇਹ ਪ੍ਰਤੀਕ੍ਰਿਆਵਾਂ ਹੁੰਦੀਆਂ ਤਾਂ ਇਹ ਬੇਕਾਬੂ ਹੋ ਜਾਂਦੀਆਂ, ਇਹ ਕੰਟਰੋਲ ਨਹੀਂ ਕੀਤੀਆਂ ਜਾ ਸਕਦੀਆਂ। ਇਸ ਕਰਕੇ ਸੈਕਿੰਡ ਆਪਸ਼ਨ ਕੇਵਲ ਬੀ ਹੀ ਸੱਚ ਹੈ ਇਜ਼ ਰਾਈਟ ਆਪਸ਼ਨ। ਨੈਕਸਟ, ਇੱਕ ਚੰਗਾ ਬਾਲਣ ਡੈਸ਼ ਚਾਹੀਦਾ ਹੈ। ਆਪਸ਼ਨਸ ਆਰ ਸਟੋਰ ਅਤੇ ਆਵਾਜਾਈ ਲਈ ਸੁਰੱਖਿਅਤ ਹੋਣਾ, ਲੰਬੇ ਸਮੇਂ ਲਈ ਸਥਿਰ ਦਰ 'ਤੇ ਲੋੜੀਂਦੀ ਊਰਜਾ ਪ੍ਰਦਾਨ ਕਰਨ ਦੇ ਯੋਗ ਹੋਣਾ, ਵਾਤਾਵਰਣ ਪ੍ਰਦੂਸ਼ਕ ਨਾ ਹੋਵੇ ਜਾਂ ਘੱਟ ਮਾਤਰਾ ਵਿੱਚ ਹੋਵੇ। ਉਪਰੋਕਤ ਸਾਰੇ। ਬੇਟਾ ਜਿਹੜਾ ਇੱਕ ਚੰਗਾ ਬਾਲਣ ਹੈ ਉਸ ਵਿੱਚ ਇਹ ਸਾਰੇ ਗੁਣ ਹੋਣੇ ਚਾਹੀਦੇ ਹੈ। ਸੋ ਰਾਈਟ ਆਨਸਰ ਇਜ਼ ਉਪਰੋਕਤ ਸਾਰੇ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਗਲਤ ਬਿਆਨ ਹੈ? ਆਪਸ਼ਨਸ ਆਰ ਊਰਜਾ ਸੰਕਟ 'ਤੇ ਕਾਬੂ ਪਾਉਣ ਲਈ ਸੋਲਰ ਕੁੱਕਰ ਦੀ ਵਰਤੋਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਇਜ਼ ਊਰਜਾ ਸੰਕਟ 'ਤੇ ਕਾਬੂ ਪਾਉਣ ਲਈ ਊਰਜਾ ਦੇ ਪੂਰਤੀ ਅਯੋਗ ਸਰੋਤਾਂ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਨੈਕਸਟ, ਊਰਜਾ ਦੇ ਸਰੋਤਾਂ ਵਜੋਂ ਕੂੜੇ ਕਰਕਟ ਦੀ ਦੁਬਾਰਾ ਵਰਤੋਂ ਊਰਜਾ ਸੰਕਟ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਲਾਸਟ ਇਜ਼ ਊਰਜਾ ਸੰਕਟ 'ਤੇ ਕਾਬੂ ਪਾਉਣ ਲਈ ਪਾਣੀ ਦੀ ਬਚਤ ਕਰਨੀ ਪਵੇਗੀ। ਬੇਟਾ ਉਹਨਾਂ ਨੇ ਸਾਨੂੰ ਪੁੱਛਿਆ ਕਿ ਕਿਹੜਾ ਬਿਆਨ ਗਲਤ ਹੈ। ਫਸਟ, ਥਰਡ ਅਤੇ ਫੋਰਥ ਬਿਆਨ ਜਿਹੜੇ ਉਹ ਬਿਲਕੁਲ ਸਹੀ ਹੈ। ਬੇਟਾ ਸੈਕਿੰਡ ਜਿਹੜਾ ਬਿਆਨ ਹੈ ਉਹ ਗਲਤ ਹੈ ਕਿਉਂਕਿ ਇਸ ਵਿੱਚ ਬੋਲਿਆ ਕਿ ਊਰਜਾ ਸੰਕਟ 'ਤੇ ਕਾਬੂ ਪਾਉਣ ਲਈ ਊਰਜਾ ਦੇ ਪੂਰਤੀ ਅਯੋਗ ਸਰੋਤਾਂ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਬੇਟਾ ਪੂਰਤੀ ਅਯੋਗ ਸਰੋਤਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਅਸੀਂ ਨਹੀਂ ਕਰ ਸਕਦੇ। ਸੋ ਆਨਸਰ ਇਜ਼ ਸੈਕਿੰਡ, ਊਰਜਾ ਸੰਕਟ 'ਤੇ ਕਾਬੂ ਪਾਉਣ ਲਈ ਊਰਜਾ ਦੇ ਪੂਰਤੀ ਅਯੋਗ ਸਰੋਤਾਂ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਹ ਜਿਹੜੀ ਸਾਡੀ ਆਪਸ਼ਨ ਹੈ ਇਹ ਸਾਡਾ ਆਨਸਰ ਹੋਏਗਾ ਕਿਉਂਕਿ ਉਹਨਾਂ ਨੇ ਸਾਡੇ ਕੋਲੋਂ ਗਲਤ ਬਿਆਨ ਪੁੱਛਿਆ ਹੈ ਅਤੇ ਇਹ ਆਪਸ਼ਨ ਜਿਹੜੀ ਹੈ ਉਹ ਗਲਤ ਬਿਆਨ ਹੈ। ਨੈਕਸਟ, ਇੱਕ ਪੌਣ ਚੱਕੀ ਦੀ ਉਤਪਾਦਕ ਸ਼ਕਤੀ। ਆਪਸ਼ਨਸ ਆਰ ਹਵਾ ਦੀ ਗਤੀ ਦੇ ਵਾਧੇ ਨਾਲ ਵੱਧਦੀ ਹੈ, ਹਵਾ ਦੀ ਗਤੀ ਦੇ ਵਾਧੇ ਨਾਲ ਘਟਦੀ ਹੈ, ਹਵਾ ਦੀ ਗਤੀ ਤੋਂ ਸੁਤੰਤਰ ਹੈ, ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਬੇਟਾ ਪੌਣ ਚੱਕੀ ਦੀ ਉਤਪਾਦਕ ਸ਼ਕਤੀ ਹਵਾ ਦੀ ਗਤੀ ਦੇ ਵਾਧੇ ਨਾਲ ਵੱਧਦੀ ਹੈ। ਸੋ ਫਸਟ ਆਨਸਰ, ਫਸਟ ਆਪਸ਼ਨ ਇਜ਼ ਰਾਈਟ ਆਪਸ਼ਨ, ਹਵਾ ਦੀ ਗਤੀ ਦੇ ਵਾਧੇ ਨਾਲ ਵੱਧਦੀ ਹੈ। ਬੇਟਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ ਅਤੇ ਤੁਸੀਂ ਇਸ ਦੀ ਚੰਗੀ ਤਰ੍ਹਾਂ ਰਿਵੀਜ਼ਨ ਕਰੋਗੇ। ਆਲ ਦਾ ਬੈਸਟ ਫॉर योर एग्ज़ाम। थैंक यू वेरी मच।